ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਟੌਪਿਕ ਤੇ ਗੱਲ ਕਰਾਂਗੇ ਅਧਿਆਪਕ ਨੂੰ ਅਧਿਆਤਮਕ ਸਿੱਖਿਆ ਦੇਣੀ। ਇਨਸਾਨ ਦੀ ਉਮਰ ਛੋਟੀ ਹੋਵੇ ਜਾਂ ਵੱਡੀ ਕੋਈ ਫਰਕ ਨਹੀਂ ਪੈਂਦਾ। ਜੇਕਰ ਉਸ ਕੋਲ ਗਿਆਨ ਹੈ ਤਾਂ ਉਸ ਅਕਾਲ ਪੁਰਖ ਪਰਮੇਸ਼ਵਰ ਦੀ ਕਿਰਪਾ ਹੈ, ਉਸ ਬੱਚੇ ਕੋਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਪਰਮੇਸ਼ਰ ਚਾਹੇ ਤਾਂ ਗੂੰਗਿਆਂ ਨੂੰ ਵੀ ਬੁਲਾ ਸਕਦਾ ਹੈ, ਸੁਜਾਖਿਆਂ ਨੂੰ ਸਿੱਧੇ ਰਸਤੇ ਪਾ ਸਕਦਾ ਹੈ। ਇਹ ਅਕਾਲ ਪੁਰਖ ਪਰਮੇਸ਼ਰ ਦੀ ਰਜ਼ਾ ਹੈ। ਜੇ ਉਸ ਦੇ ਭਾਣੇ ਵਿੱਚ ਰਹੀਏ ਤਾਂ ਸਾਰੀਆਂ ਇਹ ਚੀਜ਼ਾਂ ਸੰਭਵ ਨੇ। ਇਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੀ ਕਰਵਾਉਂਦਾ ਹੈ, ਉਸ ਦੇ ਭਾਣੇ ਵਿੱਚ ਹੀ ਸਾਰਾ ਕੁਝ ਹੁੰਦਾ ਹੈ। ਅੱਜ ਅਸੀਂ ਗੱਲ ਕਰਾਂਗੇ ਕਬੀਰ ਸਾਹਿਬ ਜੀ ਦੀ। ਜਦੋਂ ਛੋਟੀ ਅਵਸਥਾ ਦੇ ਵਿੱਚ ਸਨ, ਨਬੀ ਇਬਰਾਹਿਮ ਨੇ ਜੋ ਚਲਾਈ ਹੋਈ ਮਰਿਆਦਾ ਹੈ ਸੁੰਨਤ ਦੀ, ਸੁੰਨਤ ਕਰਨ ਦੀ ਜਿਹੜੀ ਮਰਿਆਦਾ ਹੈ, ਇਹ ਮੁਸਲਮਾਨਾਂ ਦੇ ਵਿੱਚ ਚੱਲਦੀ ਆ ਰਹੀ ਹੈ, ਪੁਰਾਤਨ ਸਮੇਂ ਤੋਂ ਹੀ ਚੱਲਦੀ ਆ ਰਹੀ ਹੈ। ਔਰ ਜਿਹੜੀ ਸੁੰਨਤ ਹੈ ਇਹ ਹਰ ਇਨਸਾਨ ਨੂੰ ਕਰਵਾਉਣੀ ਪੈਂਦੀ ਹੈ ਜਦੋਂ ਉਹ ਜਨਮ ਲੈਂਦਾ ਹੈ। ਕਬੀਰ ਜੀ 8 ਸਾਲ ਦੀ ਅਵਸਥਾ ਦੇ ਵਿੱਚ ਸਨ। ਸਰਹਾ ਦੇ ਅਨੁਸਾਰ ਉਹਨਾਂ ਨੂੰ ਵੀ ਸੁੰਨਤ ਕਰਵਾਉਣੀ ਪੈਣੀ ਸੀ, ਪਰ ਉੱਥੇ ਦੱਸਿਆ ਗਿਆ ਹੈ ਕਿ ਜੇ ਕੋਈ ਸੁੰਨਤ ਨਾ ਕਰਵਾਵੇ ਤਾਂ ਉਸ ਨੂੰ ਕਾਫਿਰ ਮੰਨਿਆ ਜਾਂਦਾ ਹੈ। ਕਬੀਰ ਜੀ ਦੀ 8 ਸਾਲ ਦੀ ਉਮਰ ਸੀ। ਨੀਰੋ ਜੀ ਦੇ ਉਹਨਾਂ ਦੇ ਜਾਣ ਪਹਿਚਾਣ ਵਾਲਿਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਬੀਰ ਜੀ ਦੀ ਸੁੰਨਤ ਕਰਵਾਈ ਜਾਵੇ। ਤੇ ਜਦੋਂ ਕਿਸੇ ਵਿਅਕਤੀ ਦੀ ਸੁੰਨਤ ਕੀਤੀ ਜਾਂਦੀ ਹੈ ਤਾਂ ਬਹੁਤ ਖਰਚਾ ਕਰਦੇ ਨੇ। ਸਾਰਿਆਂ ਨੂੰ ਜ਼ੋਰ ਦੇਣ ਤੇ ਸੁੰਨਤ ਦੀ ਸਾਰੀ ਸਮੱਗਰੀ ਖਰੀਦੀ ਗਈ। ਫਿਰ ਸਾਰਿਆਂ ਨੇ ਸੱਦਾ ਪ੍ਰਵਾਨ ਕੀਤਾ। ਜਿੰਨੇ ਵੀ ਉਸ ਏਰੀਏ ਦੇ ਲੋਕ ਸਨ, ਰਹਿਣ ਵਾਲੇ ਸਨ, ਉਸ ਪਿੰਡ ਦੇ ਲੋਕ ਸਨ, ਉਹਨਾਂ ਨੂੰ ਸੱਦਿਆ ਭੇਜਿਆ ਗਿਆ। ਸੱਦਾ ਭੇਜਣ ਉਪਰੰਤ ਉੱਥੋਂ ਦੇ ਜੋ ਮੌਲਵੀ ਸਨ, ਕਾਜੀ ਸਨ, ਉਹਨਾਂ ਨੂੰ ਬੁਲਾਇਆ ਗਿਆ। ਸਰੇ ਦੇ ਰਿਸ਼ਤੇਦਾਰ, ਆਂਢ ਗੁਆਂਢ, ਭੈਣ ਭਰਾ ਇਕੱਠੇ ਕੀਤੇ ਗਏ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਫਿਰ ਉੱਥੇ ਕਬੀਰ ਜੀ ਨੂੰ ਵੀ ਬੁਲਾਇਆ ਗਿਆ ਤੇ ਕਾਜੀ ਕੁਰਾਨ ਸ਼ਰੀਫ ਦੀਆਂ ਆਇਤਾਂ ਦਾ ਉਚਾਰਨ ਅਰਬੀ ਭਾਸ਼ਾ ਵਿੱਚ ਕਰਨ ਲੱਗ ਪਏ। ਜਿਸ ਉਸਤਰੇ ਨਾਲ ਸੁੰਨਤ ਕਰਨੀ ਸੀ ਉਸ ਨੂੰ ਤਿੱਖਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਹ ਸਭ ਕੁਝ ਕਬੀਰ ਜੀ ਨੇ ਦੇਖਿਆ ਤਾਂ ਸਿਆਣਿਆਂ ਵਾਂਗ ਉਹਨਾਂ ਨੇ ਪੁੱਛਿਆ, ਇਹ ਉਸਤਰਾ ਕਿਸ ਲਈ ਹੈ? ਤੁਸੀਂ ਕੀ ਕਰਨ ਲੱਗੇ ਹੋ? ਕਿਉਂਕਿ ਕਬੀਰ ਜੀ ਦੀ ਅਵਸਥਾ ਬਾਲ ਅਵਸਥਾ ਸੀ, ਉਮਰ 8 ਸਾਲ ਦੀ ਸੀ, ਪਰ ਉਹਨਾਂ ਨੇ ਬੜੇ ਸੂਝਵਾਨ ਤਰੀਕੇ ਦੇ ਨਾਲ ਕਾਜੀ ਨੂੰ ਸਵਾਲ ਕੀਤਾ ਤੇ ਕਾਜੀ ਜੀ ਅੱਗੋਂ ਬੋਲਣ ਲੱਗੇ, ਕਬੀਰ ਜੀ, ਤੁਹਾਡੀ ਸੁੰਨਤ ਹੋਣ ਜਾ ਰਹੀ ਹੈ। ਸੁੰਨਤ ਤੋਂ ਬਾਅਦ ਤੁਹਾਨੂੰ ਖਾਣ ਨੂੰ ਮਿੱਠੇ ਚਾਵਲ, ਖਾਣਾ ਪਹਿਨਣ ਨੂੰ ਵਧੀਆ ਬਿਸਤਰ, ਸੋਹਣੇ ਕੱਪੜੇ ਦਿੱਤੇ ਜਾਣਗੇ। ਕਬੀਰ ਜੀ ਨੇ ਕਾਜੀ ਤੋਂ ਪੁੱਛਿਆ। ਕਾਜੀ ਨੇ ਬਹੁਤ ਸਾਰੇ ਬੱਚਿਆਂ ਦੀ ਸੁੰਨਤ ਕੀਤੀ ਸੀ, ਪਰ ਕਿਸੇ ਬੱਚੇ ਨੇ ਇਸ ਤਰ੍ਹਾਂ ਦਾ ਸਵਾਲ ਨਹੀਂ ਸੀ ਕੀਤਾ ਵੀ ਇਹ ਕੀ ਹੋ ਰਿਹਾ ਹੈ। ਜਿਵੇਂ ਕਬੀਰ ਜੀ ਨੇ ਸਵਾਲ ਕੀਤਾ ਉਵੇਂ ਹੀ ਕਾਜੀ ਨੇ ਜਵਾਬ ਦਿੱਤਾ, ਇਹ ਮਰਿਆਦਾ ਵੱਡਿਆਂ ਵੱਲੋਂ ਚਲਾਈ ਗਈ ਹੈ। ਜਿਸ ਦੀ ਸੁੰਨਤ ਨਾ ਹੋਵੇ ਉਹ ਬੰਦਾ ਮੁਸਲਮਾਨ ਨਹੀਂ ਕਹਾ ਸਕਦਾ ਆਪਣੇ ਆਪ ਨੂੰ, ਫਿਰ ਉਸ ਨੂੰ ਕਾਫਿਰ ਕਿਹਾ ਜਾਂਦਾ ਹੈ। ਮੁਸਲਮਾਨ ਨਹੀਂ ਕਹਿ ਸਕਦੇ। ਉਹ ਦੋਜ਼ਖ ਦੀ ਅੱਗ ਵਿੱਚ ਸੜਦਾ ਹੈ। ਨਰਕ ਦੀ ਅੱਗ ਤੋਂ ਬਚਣ ਵਾਸਤੇ
ਇਹ ਸੁੰਨਤ ਕਰਵਾਉਣੀ ਜ਼ਰੂਰੀ ਹੈ। ਇਸ ਗੱਲ ਨੂੰ ਸੁਣ ਕੇ ਕਬੀਰ ਜੀ ਨੇ ਇੱਕ ਸਵਾਲ ਹੋਰ ਕੀਤਾ, ਜੇਕਰ ਸੁੰਨਤ ਕਰਨ ਨਾਲ ਇਨਸਾਨ ਸਵਰਗ ਵਿੱਚ ਚਲਾ ਜਾਂਦਾ ਹੈ, ਨੇਕ ਕੰਮ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ। ਇਹ ਗੱਲ ਸੁਣ ਕੇ ਕਬੀਰ ਜੀ ਨੇ ਇੱਕ ਸਵਾਲ ਹੋਰ ਕੀਤਾ, ਜੇਕਰ ਸੁੰਨਤ ਕਰਨ ਨਾਲ ਇਨਸਾਨ ਸਵਰਗ ਵਿੱਚ ਚਲਾ ਜਾਂਦਾ ਹੈ ਤਾਂ ਫਿਰ ਨੇਕ ਕੰਮ ਕਰਨ ਦੀ ਕੀ ਜ਼ਰੂਰਤ ਹੈ? ਫਿਰ ਤਾਂ ਬੰਦਾ ਸੁੰਨਤ ਕਰਵਾ ਕੇ ਹੀ ਸਵਰਗ ਦੇ ਵਿੱਚ ਜਾ ਸਕਦਾ ਹੈ, ਖੁਦਾ ਨਾਲ ਮਿਲਾਪ ਕਰ ਸਕਦਾ ਹੈ। ਇਹ ਗੱਲ ਸੁਣ ਕੇ ਸਾਰੇ ਚੁੱਪ ਹੋ ਗਏ, ਕਾਜੀ ਵੀ ਚੁੱਪ ਹੋ ਗਏ। ਕਦੇ ਕਬੀਰ ਜੀ ਵੱਲ ਦੇਖਣ ਲੋਕ, ਕਦੇ ਕਾਜੀ ਵੱਲ ਦੇਖਣ ਵੀ ਇਹ ਬਣ ਕੀ ਰਿਹਾ ਹੈ। ਤੇ ਕਾਜੀ ਨੇ ਆਪਣੇ ਗਿਆਨ ਨਾਲ ਕਬੀਰ ਜੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਬੀਰ ਜੀ ਸੁੰਨਤ ਕਰਵਾਉਣ ਤੋਂ ਸਾਫ਼ ਹੀ ਮਨਾ ਕਰ ਗਏ। ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕਾਜੀ ਇਹ ਗੱਲ ਸੁਣ ਕੇ ਬਹੁਤ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਤੇ ਗੁੱਸੇ ਨਾਲ ਬੋਲਿਆ, ਸੁੰਨਤ ਤਾਂ ਕਰਵਾਉਣੀ ਪੈਣੀ ਹੈ, ਨਹੀਂ ਤਾਂ ਰਾਜੇ ਦਾ ਹੁਕਮ ਹੋਇਆ ਹੈ ਸੁੰਨਤ ਨਾ ਕਰਵਾਉਣ ਤੇ ਕੌੜੇ ਮਾਰੇ ਜਾਣ। ਕੌੜੇ ਜਾਨੀ ਕਿ ਸ਼ਮਕਾਂ ਦੀ ਮਾਰ। ਕਬੀਰ ਜੀ ਕੁਝ ਨਹੀਂ ਬੋਲੇ, ਬਸ ਅੱਖਾਂ ਬੰਦ ਕਰ ਲਈਆਂ ਅਤੇ ਸਮਾਧੀ ਵਿੱਚ ਲੀਨ ਹੋ ਗਏ। ਤੇ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹਨਾਂ ਦੀ ਸਮਾਧੀ ਤੋੜ ਸਕੇ। ਉਹਨਾਂ ਨੂੰ ਬੁਲਾਉਣ ਦੀ ਕਿਸੇ ਦੀ ਹਿੰਮਤ ਨਾ ਹੋਈ। ਸਮਾਧੀ ਵਿੱਚ ਉਹਨਾਂ ਨੇ ਹੌਲੀ-ਹੌਲੀ ਆਪਣੇ ਬੁੱਲ ਹਿਲਾਉਣੇ ਸ਼ੁਰੂ ਕੀਤੇ ਤੇ ਰਾਮ ਰਾਮ ਬਾਣੀ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ। ਤੇ ਉਸ ਵੇਲੇ ਉਹਨਾਂ ਨੇ ਪੰਗਤੀਆਂ ਉਚਾਰਨ ਕੀਤੀਆਂ, ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਇਹ ਰਾਹ ਚਲਾਈ, ਦਿਲ ਮੈਂ ਸੋਚ ਵਿਚਾਰ ਕਮਾਂਦੇ, ਪਿਸਤ ਦੋਜਕ ਕਿਨ ਪਾਈ, ਕਾਜੀ ਤੈ ਕਵਣ ਕਤੀਬ ਬਖਾਨੀ, ਪੜਤ ਗੁਣਤ ਐਸੇ ਸਭ ਮਾਰੇ, ਕਿਨਹੂ ਖਬਰ ਨਾ ਜਾਨੀ। ਰਹਾਉ ਸਖਤ ਸਨੇਹ ਕਰ ਸੁਨਤ ਕਰੀਐ, ਮੈਂ ਨਾ ਬਦਉਗਾ ਭਾਈ, ਜਾਉ ਰੇ ਖੁਦਾਏ ਮੋਹਿ ਤੁਰਕ ਕਰੇਗਾ, ਆਪਨ ਹੀ ਕਟ ਜਾਈ। ਸੁਨਤ ਕੀਏ ਤੁਰਕ ਜੇ ਹੋਏਗਾ, औरत का क्या करिए, अर्ध शरीरी नार न छोड़ै, तांते हिंदू ही रहिए, छाड़ कतेब राम भज बौरे, जुल्म करत है भारी, कबीरै पकड़ी टेक राम की, तुरक रही पचियारी। ਜਦੋਂ ਕਬੀਰ ਜੀ ਨੇ ਇਹਨਾਂ ਪੰਕਤੀਆਂ ਦਾ ਉਚਾਰਨ ਕਰਨਾ ਸ਼ੁਰੂ ਕੀਤਾ ਤਾਂ ਜਿਹੜੇ ਸਮਝਦਾਰ ਸਨ ਉੱਥੇ ਉਹ ਸਾਰੇ ਹੀ ਸਮਝ ਗਏ ਕਿ ਬਾਲਕ ਕੀ ਕਹਿਣਾ ਚਾਹੁੰਦੇ ਨੇ, ਕਾਜੀ ਨੂੰ ਕੀ ਸਮਝਾਉਣਾ ਚਾਹੁੰਦੇ ਨੇ ਕਿ ਹਿੰਦੂ ਮੁਸਲਮਾਨ ਆਏ ਕਿੱਥੋਂ ਹਨ। ਤਾਂ ਕਬੀਰ ਸਾਹਿਬ ਜੀ ਕਹਿੰਦੇ, ਹੇ ਕਾਜੀ, ਆਪਨੇ ਕਦੀ ਇਹ ਸੋਚਿਆ ਕਿ ਸਵਰਗ ਅਤੇ ਨਰਕ ਵਿੱਚ ਕੌਣ ਜਾਵੇਗਾ? ਆਪ ਜੀ ਨੇ ਕਿਹੜੀ ਕਿਤਾਬ ਪੜ੍ਹੀ ਹੋਈ ਹੈ ਜਿਹਦੇ ਵਿੱਚ ਲਿਖਿਆ ਹੋਇਆ ਹੈ ਕਿ ਸੁੰਨਤ ਕਰਵਾਉਣ ਤੋਂ ਬਾਅਦ ਬੰਦਾ ਸਵਰਗ 'ਚ ਚਲੇ ਜਾਂਦਾ ਹੈ? ਕਈ ਕਾਜੀ ਕਿਤਾਬਾਂ ਪੜ੍ਹਦੇ ਪੜ੍ਹਦੇ ਮਰ ਗਏ, ਪਰ ਰਾਮ ਦੇ ਦਰਸ਼ਨ ਨਹੀਂ ਹੋਏ। ਮੇਰੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਸੁੰਨਤ ਕਰਵਾਉਣਾ ਚਾਹੁੰਦੇ ਹੋ, ਮੈਂ ਕਦੇ ਵੀ ਸੁੰਨਤ ਨਹੀਂ ਕਰਵਾਉਣੀ। ਜੇਕਰ ਮੇਰੇ ਖੁਦਾ ਨੂੰ ਮੈਨੂੰ ਮੁਸਲਮਾਨ ਬਣਾਉਣਾ ਹੋਵੇਗਾ ਤਾਂ ਮੇਰੀ ਸੁੰਨਤ ਆਪਣੇ ਆਪ ਹੋ ਜਾਵੇਗੀ। ਕਬੀਰ ਸਾਹਿਬ ਜੀ ਆਖਣ ਲੱਗੇ,
ਚਲੋ ਮੰਨ ਲਈਏ ਕਿ ਮਰਦ ਨੇ ਸੁੰਨਤ ਕਰਵਾ ਲਈ ਤਾਂ ਉਹ ਸਵਰਗ ਵਿੱਚ ਚਲਾ ਜਾਏਗਾ, ਪਰ ਇਸਤਰੀ ਦਾ ਕੀ ਕਰਾਂਗੇ? ਜੇਕਰ ਇਸਤਰੀ ਜੀਵਨ ਸਾਥੀ ਨੇ ਕਾਫਰ ਹੀ ਰਹਿਣਾ ਹੈ, ਹਿੰਦੂ ਹੀ ਰਹਿਣਾ ਹੈ, ਤਾਂ ਮਰਦ ਨੂੰ ਸੁੰਨਤ ਕਰਵਾਉਣ ਦਾ ਕੀ ਫਾਇਦਾ? ਇਹ ਸਾਰੇ ਕਤੇਬ ਆਦਿ ਛੱਡ ਕੇ ਕੇਵਲ ਰਾਮ ਨਾਮ ਦਾ ਸਿਮਰਨ ਕਰੋ। ਮੈਂ ਅਕਾਲ ਪੁਰਖ ਪਰਮੇਸ਼ਰ ਰਾਮ ਨਾਮ ਦਾ ਆਸਰਾ ਲਿਆ ਹੈ, ਇਸ ਲਈ ਮੈਨੂੰ ਕੋਈ ਚਿੰਤਾ, ਕੋਈ ਫਿਕਰ ਨਹੀਂ। ਕਬੀਰ ਜੀ ਜਦੋਂ ਰਾਮ ਨਾਮ ਦਾ ਸਿਮਰਨ ਕਰ ਰਹੇ ਸਨ, ਉਹਨਾਂ ਦੇ ਮੁੱਖ ਮੰਡਲ ਉੱਤੇ ਨਿਰਾਲਾ ਹੀ ਜਲਾਲ ਸੀ। ਉਹਨਾਂ ਦੇ ਚਿਹਰੇ ਤੇ ਇੰਨਾ ਕੁ ਨੂਰ ਸੀ ਕਿ ਕਾਜੀ ਦੀਆਂ ਅੱਖਾਂ ਉਸ ਰੋਸ਼ਨਾਈ ਦੇ ਨਾਲ ਖੁੱਲ੍ਹ ਨਾ ਸਕੀਆਂ। ਆਵਾਜ਼ ਲੜਖੜਾਉਂਦੀ ਹੋਈ ਕਾਜੀ ਜੀ ਬੋਲੇ, ਮੈਂ ਕੋਈ ਗੱਲ ਨਹੀਂ ਸੁਣਨੀ, ਸੁੰਨਤ ਤਾਂ ਕਰਵਾਉਣੀ ਪੈਣੀ। ਕਬੀਰ ਸਾਹਿਬ ਜੀ ਨੂੰ ਬੋਲੇ, ਇਹ ਕਾਫਰ ਹੋ ਗਿਆ ਏ। ਮੌਲਵੀਆਂ ਨੇ, ਕਾਜ਼ੀਆਂ ਨੇ ਲੋਕਾਂ ਨੂੰ ਕਿਹਾ ਕਿ ਇਹਨੂੰ ਫੜੋ। ਕਾਜੀ ਨੇ ਜਦੋਂ ਆਪਣਾ ਹੱਥ ਕਬੀਰ ਦੀ ਬਾਂਹ ਫੜਨ ਵਾਸਤੇ ਹੱਥ ਅੱਗੇ ਕੀਤਾ ਤਾਂ ਇਵੇਂ ਦਾ ਝਟਕਾ ਲੱਗਾ ਜਿਵੇਂ ਨੰਗੀ ਤਾਰ ਨੂੰ ਕੋਈ ਹੱਥ ਲਾ ਲਵੇ ਤਾਂ ਕਰੰਟ ਪੈ ਜਾਵੇ, ਇਵੇਂ ਦਾ ਮਹਿਸੂਸ ਹੋਇਆ। ਦੂਸਰੀ ਦਫਾ ਜਦੋਂ ਫੇਰ ਕਾਜੀ ਜੀ ਨੇ ਉਹਨਾਂ ਦੀ ਬਾਂਹ ਫੜਨ ਵਾਸਤੇ ਅੱਗੇ ਹੱਥ ਕੀਤਾ ਤਾਂ ਬਾਂਹ ਹੱਥ ਚੋਂ ਨਿਕਲ ਗਈ। ਇਵੇਂ ਲੱਗਿਆ ਕਿ ਜਿਵੇਂ ਬਾਂਹ ਸਰੀਰ ਹੈ ਹੀ ਨਹੀਂ, ਕੋਈ ਆਤਮਾ, ਕੋਈ ਪਰਛਾਈ, ਕੋਈ ਰੂਹ ਖੜੀ ਹੁੰਦੀ ਹੈ। ਤਾਂ ਕਬੀਰ ਸਾਹਿਬ ਜੀ ਉਦੋਂ ਨਾਮ ਦੇ ਵਿੱਚ ਲੀਨ ਸਨ, ਸਿਮਰਨ ਦੇ ਵਿੱਚ ਲੀਨ ਸਨ। ਸਾਰਿਆਂ ਲੋਕਾਂ ਨੂੰ ਉੱਥੇ ਖੜੇ ਕਬੀਰ ਜੀ ਨਜ਼ਰ ਆ ਰਹੇ ਸਨ, ਪਰ ਕਾਜੀ ਜੀ ਨੂੰ ਉਹਨਾਂ ਦੇ ਦਰਸ਼ਨ ਦੀਦਾਰੇ ਹੋਣੇ ਬੰਦ ਹੋ ਗਏ, ਕਬੀਰ ਜੀ ਦਿਖਾਈ ਦੇਣੋਂ ਬੰਦ ਹੋ ਗਏ। ਤਾਂ ਕਹਿਣ ਲੱਗੇ ਵੀ ਕਬੀਰ ਕਿੱਥੇ ਚਲਾ ਗਿਆ ਹੈ? ਕਬੀਰ ਮੈਨੂੰ ਨਜ਼ਰ ਨਹੀਂ ਆ ਰਿਹਾ, ਕਿਤੇ ਮੈਂ ਅੰਨਾ ਤਾਂ ਨਹੀਂ ਹੋ ਗਿਆ। ਪਰ ਸਾਰੇ ਜਿਹੜੇ ਉੱਥੇ ਖੜੇ ਸਨ ਲੋਕ ਉਸ ਸੁੰਨਤ ਵਿੱਚ ਮੌਜੂਦ ਸਨ। ਸੁੰਨਤ ਵਾਲੇ ਪ੍ਰੋਗਰਾਮ ਨੂੰ ਦੇਖਣ ਆਈਆਂ ਸੰਗਤਾਂ, ਆਸ ਪੜੋਸ ਦੇ ਲੋਕ, ਮੁਹੱਲੇ ਵਾਲੇ ਲੋਕ ਦੇਖ ਰਹੇ ਸਨ। ਉਹਨਾਂ ਨੂੰ ਸਾਫ਼ ਤੌਰ ਤੇ ਕਬੀਰ ਜੀ ਦੇਖ ਰਹੇ ਸਨ। ਉਹ ਫਿਰ ਜਦੋਂ ਕਾਜੀ ਜੀ ਨੇ ਇੰਨੀ ਗੱਲ ਆਖੀ ਕਿ ਮੈਂ ਕਿਤੇ ਅੰਨਾ ਤਾਂ ਨਹੀਂ ਹੋ ਗਿਆ, ਮੈਨੂੰ ਦੇਖ ਨਹੀਂ ਰਿਹਾ, ਸਾਰੇ ਇੱਕ ਦੂਜੇ ਤੇ ਮੂੰਹ ਵੱਲ ਦੇਖਣ ਲੱਗ ਪਏ ਕਿ ਇਹ ਕੀ ਕੌਤਕ ਹੋ ਰਿਹਾ ਹੈ। ਜੋ ਪਹਿਲਾਂ ਹੀ ਸਮਝਿਆ ਹੋਇਆ ਇਨਸਾਨ ਹੋਵੇ, ਉਹਨੂੰ ਸਮਝਾਉਣ ਦੀ ਕੀ ਲੋੜ ਹੈ। ਭਗਤ ਪ੍ਰਹਿਲਾਦ ਦੀ ਤਰ੍ਹਾਂ ਕਬੀਰ ਜੀ ਰਾਮ ਰੰਗ ਵਿੱਚ ਰਚੇ ਹੋਏ ਸਨ। ਉਹਨਾਂ ਦੀ ਰਗ ਰਗ ਵਿੱਚ ਰਾਮ ਨਾਮ ਦਾ ਵਾਸ ਹੋ ਚੁੱਕਾ ਸੀ। ਉਹ ਇਨਸਾਨ ਨੂੰ ਇਨਸਾਨ ਬਣਾਉਣ ਆਏ ਸਨ। ਜਦੋਂ ਦੇਖਿਆ ਗੱਲ ਬਹੁਤ ਵੱਧ ਗਈ ਹੈ ਤੇ ਮੁੱਲਾਂ ਤੇ ਕਾਜੀ ਨੇ ਜ਼ਬਰਦਸਤੀ ਸੁੰਨਤ ਕਰਨ ਦੀ ਸਲਾਹ ਬਣਾਈ। ਤੇ ਜਦੋਂ ਕਬੀਰ ਜੀ ਦੀ ਲਿਵ ਅਕਾਲ ਪੁਰਖ ਪਰਮੇਸ਼ਰ ਨਾਲ ਲੱਗੀ ਹੋਈ ਸੀ, ਰਾਮ ਨਾਮ ਨਾਲ ਜੁੜੀ ਹੋਈ ਸੀ, ਤਾਂ ਉਹ ਕਾਜੀ ਤੇ ਮੁੱਲਾ ਜੀ ਕਬੀਰ ਜੀ ਨੂੰ ਦੇਖਣ ਤੋਂ ਪਰੋਖੇ ਹੋ ਗਏ, ਉਹਨਾਂ ਨੂੰ ਦਿਖਾਈ ਦੇਣੋਂ ਬੰਦ ਹੋ ਗਏ। ਫਿਰ ਉਹ ਕਾਜੀ ਜੀ ਜਦੋਂ ਕਬੀਰ ਜੀ ਦੀਆਂ ਗੱਲਾਂ ਸੁਣ ਕੇ ਸਮਝ ਵਿੱਚ ਆਇਆ ਉਹਨਾਂ ਨੂੰ ਕਿ ਇਹ ਜਿਹੜੀ ਗੱਲ ਕਹਿ ਰਿਹਾ ਹੈ ਕਬੀਰ, ਇਹ ਸਹੀ ਹੈ। ਕਬੀਰ ਜੀ ਨੇ ਆਖਿਆ ਕਿ ਰਾਮ ਨਾਮ ਦਾ ਸਿਮਰਨ ਕਰੋ,
ਇਹ ਝੂਠ ਦੇ ਪੈਰੋਕਾਰ ਬਣਨਾ ਗਲਤ ਹੈ। ਤੇ ਕਾਜੀ ਜੀ ਸ਼ਰਮਿੰਦਾ ਹੋਇਆ ਬੋਲਿਆ, ਕਬੀਰ ਕਿੱਥੇ ਗਿਆ ਏ? ਉਸ ਨੂੰ ਕੋਈ ਚੁੱਕ ਕੇ ਲੈ ਗਿਆ ਏ? ਉਹ ਤਾਂ ਗਾਇਬ ਵੀ ਹੋ ਗਿਆ ਏ, ਮੈਨੂੰ ਨਜ਼ਰ ਨਹੀਂ ਆ ਰਿਹਾ। ਪਰ ਲੋਕਾਂ ਨੂੰ ਤਾਂ ਸਾਫ਼ ਨਜ਼ਰ ਆ ਰਹੇ ਸਨ। ਤਾਂ ਜਦੋਂ ਕਾਜੀ ਜੀ ਇਹ ਅਵਸਥਾ ਕੌਤਕ ਦੇਖ ਕੇ ਆਪਣਾ ਪੱਲਾ ਝਾੜ ਲਿਆ ਤਾਂ ਕਬੀਰ ਜੀ ਦੇ ਘਰ ਵਾਲਿਆਂ ਨੂੰ ਕਹਿ ਕੇ ਉੱਥੋਂ ਚਲੇ ਗਏ ਕਿ ਮੈਂ ਜਾ ਰਿਹਾ ਹਾਂ। ਤਾਂ ਕਬੀਰ ਦੀ ਸ਼ਿਕਾਇਤ ਮੈਂ ਹਾਕਮ ਕੋਲ ਜਾ ਕੇ ਕਰਾਂਗਾ ਕਿ ਇਹਨਾਂ ਨੇ ਮੇਰਾ ਨਿਰਾਦਰ ਕੀਤਾ ਹੈ। ਤਾਂ ਜਦੋਂ ਕਬੀਰ ਜੀ ਆਪਣੀ ਅਵਸਥਾ ਦੇ ਵਿੱਚ ਮੁੜ ਆਏ, ਲੋਕਾਂ ਨੂੰ, ਸੰਗਤਾਂ ਨੂੰ ਆਣ ਕੇ ਆਖਿਆ, ਪ੍ਰੇਰਿਆ ਕਿ ਸਾਰੇ ਤੁਸੀਂ ਜਿੰਨਾ ਵੀ ਪਕਵਾਨ ਬਣਾਇਆ ਹੈ ਇਹਨਾਂ ਨੂੰ ਵਰਤਾਉਣਾ ਸ਼ੁਰੂ ਕਰੋ, ਸੰਗਤ ਨੂੰ ਛਕਾਉਣਾ ਸ਼ੁਰੂ ਕਰੋ। ਸੁੰਨਤ ਤੇ ਹਾਕਮ ਦੀ ਪਰਵਾਹ ਤੁਹਾਨੂੰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਰਾਮ ਨਾਮ ਜਪੋ, ਰਾਮ ਭਲੀ ਕਰਨਗੇ। ਅਸਲੀ ਮੁਸਲਮਾਨ, ਸਿੱਖ, ਹਿੰਦੂ, ਈਸਾਈ ਉਹੀ ਮੰਨਿਆ ਜਾਂਦਾ ਹੈ ਜੋ ਉਸ ਸੱਚੀ ਖੁਦਾ ਦੀ, ਸੱਚੀ ਵਾਹਿਗੁਰੂ ਦੀ, ਸੱਚੀ ਅੱਲਾ ਦੀ ਬੰਦਗੀ ਕਰਦਾ ਹੈ। ਉਹੀ ਉਸ ਅਕਾਲ ਪੁਰਖ ਪਰਮੇਸ਼ਰ ਦੇ ਘਰ ਵਿੱਚ ਪਹੁੰਚਦਾ ਹੈ ਜਿਹੜਾ ਉਸ ਨਾਮ ਨੂੰ ਜਪਦਾ ਹੈ, ਵਾਹਿਗੁਰੂ ਦੇ ਦਿੱਤੇ ਹੋਏ ਸੰਦੇਸ਼ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਹੈ। ਵਿਕਾਰਾਂ ਦੇ ਵਿੱਚ ਫਸ ਕੇ ਅਸੀਂ ਖੁਦਾ ਨੂੰ ਨਹੀਂ ਮਿਲ ਸਕਦੇ। ਇੱਧਰ ਉੱਧਰ ਦੇ ਦੁਨਿਆਵੀ ਚੱਕਰਾਂ 'ਚ ਫਸ ਕੇ, ਦੁਨਿਆਵੀ ਕਾਰਜਾਂ ਨੂੰ ਸਮਝ ਕੇ ਆਪਾਂ ਅਕਾਲ ਪੁਰਖ ਪਰਮੇਸ਼ਰ ਨਾਲ ਮਿਲਾਪ ਨਹੀਂ ਕਰ ਸਕਦੇ। ਇਹ ਸਾਡੇ ਵਹਿਮ ਹਨ। ਕਬੀਰ ਸਾਹਿਬ ਜੀ ਨੇ ਜਿਵੇਂ ਬੜੀ ਆਸਾਨੀ ਦੇ ਨਾਲ ਆਪਣੇ ਮੁਸਲਮਾਨ ਭਾਈਚਾਰੇ ਨੂੰ ਸਮਝਾਉਣਾ ਕੀਤਾ, ਉਪਦੇਸ਼ ਦਿੱਤਾ, ਉਸੇ ਤਰ੍ਹਾਂ ਹੀ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਸੀ। ਉਸ ਵਾਹਿਗੁਰੂ ਦਾ ਨਾਮ ਕਬੀਰ ਸਾਹਿਬ ਜੀ ਨੇ ਜਪਿਆ ਸੀ, ਬੰਦਗੀ ਕਰਦੇ ਸਨ, ਰਾਮ ਜੀ ਦੇ ਨਾਲ ਜੁੜੇ ਸਨ, ਰਾਮ ਦਾ ਨਾਮ ਹਿਰਦੇ 'ਚ ਵਸਾਇਆ ਸੀ, ਤਾਂ ਹੀ ਉਹਨਾਂ ਨੇ ਕੌਤਕ ਰਚਾਇਆ। ਉੱਥੇ ਉਹਨਾਂ ਦੇ ਵਿੱਚ ਰਾਮ ਜੀ ਆਪ ਵਾਸ ਕਰਕੇ ਕੌਤਕ ਰਚਾ ਰਹੇ ਸਨ। ਇਹ ਸੀ ਕਬੀਰ ਸਾਹਿਬ ਜੀ ਦੇ ਜੀਵਨ ਬਾਰੇ ਕਿ ਸੁੰਨਤ ਕਰਵਾਉਣ ਦੇ ਨਾਲ ਇਨਸਾਨ ਸਵਰਗ 'ਚ ਜਾਂਦਾ ਹੈ ਜਾਂ ਨਰਕ ਵਿੱਚ। ਇਹ ਸਾਫ਼ ਤੌਰ ਤੇ ਕਬੀਰ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ। ਉਮੀਦ ਕਰਦੇ ਹਾਂ ਕਬੀਰ ਸਾਹਿਬ ਜੀ ਦੀ ਇਹ ਸਾਖੀ ਆਪ ਸੰਗਤਾਂ ਨੂੰ ਚੰਗੀ ਲੱਗੇਗੀ। ਇਸੇ ਤਰ੍ਹਾਂ ਦੀਆਂ ਹੋਰ ਸਾਖੀਆਂ ਲੈ ਕੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤਾਂ ਬੇਨਤੀ ਕਰਦੇ ਹਾਂ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ। ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰ ਦਿਓ ਚੰਗਾ ਲੱਗੇ ਤਾਂ। ਹੋਰਨਾਂ ਆਪਣੇ ਸੰਗੀ ਸਾਥੀਆਂ, ਸੱਜਣਾ ਨਾਲ ਇਸ ਚੈਨਲ ਨੂੰ ਸਾਂਝਾ ਕਰੋ ਤਾਂ ਜੋ ਹੋਰ ਸੰਗਤਾਂ ਇਸ ਚੈਨਲ ਦਾ ਲਾਹਾ ਲੈ ਸਕਣ। ਅਗਲਾ ਜਿਹੜਾ ਟੌਪਿਕ ਅਸੀਂ ਲੈ ਕੇ ਆਵਾਂਗੇ ਉਹ ਭਗਤ ਰਵਿਦਾਸ ਜੀ, ਉਹਨਾਂ ਦੇ ਜੀਵਨ ਬਾਰੇ ਕੁਝ ਵਿਚਾਰ ਕਰਾਂਗੇ। ਬੈਲ ਆਈਕਨ ਨੂੰ ਦਬਾ ਕੇ ਆਲ ਕਰ ਦਿਓ, ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਦਾ। ਇਸੇ ਤਰ੍ਹਾਂ ਆਪ ਸੰਗਤਾਂ ਦੇ ਨਾਲ ਜੁੜ ਕੇ ਪਿਆਰ ਵਾਲੇ ਬਚਨ ਸਾਂਝੇ ਕਰਦੇ ਰਵਾਂਗੇ ਜੀ। ਬੇਨਤੀਆਂ ਨੂੰ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।